ਜੇ ਕੱਲ੍ਹ ਆਪਾਂ ਨੇਬਰਹੁੱਡ ਦੀ ਗੱਲ ਕੀਤੀ ਸੀਗੀ, ਜਿਵੇਂ ਦੋ ਇੰਟਰਵਲਸ ਦੀ ਪ੍ਰੋਡਕਟ ਦੀ ਗੱਲ ਕੀਤੀ ਸੀਗੀ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਸਮਝਾਤਾ ਸੀਗਾ ਵੀ ਨੇਬਰਹੁੱਡ ਆ ਜਿਹੜੀ ਉਹ ਕਿਵੇਂ ਆਪਾਂ ਦੇਖ ਸਕਦੇ ਹਾਂ ਵੀ ਕਿਹੜੀ ਰੈਕਟੈਂਗੂਲਰ ਆ, ਕਿਹੜੀ ਨੇਬਰਹੁੱਡ ਆ। ਆਪਾਂ ਜਿਵੇਂ x ਮਾਈਨਸ a ਆ ਲੈਸ ਦੈਨ ਡੈਲਟਾ 1 ਅਤੇ x ਮਾਈਨਸ b ਲੈਸ ਦੈਨ ਡੈਲਟਾ 2 ਇਹਨੂੰ ਡਰੋ ਕੀਤਾ ਸੀਗਾ। ਅਤੇ ਡਰੋ ਕਰਕੇ ਮੈਂ ਤੁਹਾਨੂੰ ਦਿਖਾਇਆ ਸੀ ਵੀ ਇਹ ਕੀ ਹੋ ਸਕਦੀ ਆ। a ਮਾਈਨਸ ਡੈਲਟਾ 1 a ਪਲੱਸ ਡੈਲਟਾ 1 ਅਤੇ b ਮਾਈਨਸ ਡੈਲਟਾ 2 b ਪਲੱਸ ਡੈਲਟਾ 2 ਇਹਨਾਂ ਨੂੰ ਐਂ ਲਾਈਨਾਂ ਡਰੋ ਕਰ ਲਈਦੀਆਂ। ਅਤੇ ਇੱਥੋਂ ਇਹ ਵਾਲੀਆਂ ਆਪਣੇ ਕੋਲ ਜਿਹੜੀ ਇਹ ਰੈਕਟੈਂਗਲ ਬਣ ਗਈ, ਇਹ ਰੈਕਟੈਂਗਲ ਆ ਜਿਹੜੀ ਇਹ ਵਾਲੀ ਨੇਬਰਹੁੱਡ ਆ। ਹੁਣ A ਪੁਆਇੰਟ ਆ ਜਿਹੜਾ ਇਹਦੇ ਮਿਡਲ 'ਚ ਹੋਊਗਾ, B ਪੁਆਇੰਟ ਆ ਜਿਹੜਾ ਇਹਦੇ ਮਿਡਲ 'ਚ ਹੋਊਗਾ। ਜੇ ਡਰੋ ਕਰੋਗੇ ਤਾਂ A B ਪੁਆਇੰਟ ਇੱਥੇ ਇੱਕ ਬਣ ਜਾਊਗਾ, ਯਾਨੀ ਕਿ ਹੋਰ ਕੋਈ ਵੀ ਪੁਆਇੰਟ ਇੱਥੋਂ ਚੱਕ ਲਓ, ਇੱਥੋਂ ਚੱਕ ਲਓ, ਇੱਥੋਂ ਚੱਕ ਲਓ, A B ਦੀ ਨੇਬਰਹੁੱਡ 'ਚ ਆਊਗਾ। ਅਤੇ ਇਸ ਨੇਬਰਹੁੱਡ ਨੂੰ ਕਹਿੰਦੇ ਆ ਰੈਕਟੈਂਗੂਲਰ ਨੇਬਰਹੁੱਡ। ਉਸ ਤੋਂ ਬਾਅਦ ਇੱਕ ਹੋਰ ਨੇਬਰਹੁੱਡ ਹੁੰਦੀ ਹੈ, ਉਹ ਹੁੰਦੀ ਹੈ ਸਫੈਰੀਕਲ ਨੇਬਰਹੁੱਡ। ਇਹਨਾਂ ਨੇ ਤੁਹਾਡੀ ਬੁੱਕ ਵਾਲਿਆਂ ਨੇ ਦਿੱਤਾ ਇਹ, ਹਾਂ ਦਿੱਤਾ ਹੋਇਆ ਸਫੈਰੀਕਲ ਨੇਬਰਹੁੱਡ। ਇਹਨੂੰ ਇੱਕ ਇਹੋ ਜਿਹੀ ਹੁੰਦੀ ਹੈ, ਜਿਵੇਂ ਇਹ ਇੱਕ ਸਰਕਲ ਆ, ਜਿਵੇਂ A B ਪੁਆਇੰਟ ਆ ਨਾ, ਇਹਨੂੰ ਸੈਂਟਰ ਮੰਨ ਕੇ ਇੱਕ ਸਰਕਲ ਡਰੋ ਕਰ ਲਓ, ਠੀਕ ਹੈ। ਪਰ ਕਿੱਡਾ? ਜਿਹਦਾ ਰੇਡੀਅਸ ਹੋਵੇ ਡੈਲਟਾ ਤੋਂ ਛੋਟਾ। ਯਾਨੀ ਕਿ ਇੱਕ ਚੀਜ਼ ਆ ਰਾਜੇ, ਜੇ ਮੈਂ ਸਰਕਲ ਦੀ ਇਕੁਏਸ਼ਨ ਲਿਖਾਂ x ਮਾਈਨਸ a ਦਾ ਸਕੇਅਰ y ਮਾਈਨਸ b ਦਾ ਸਕੇਅਰ ਇਜ਼ ਇਕੁਅਲ ਟੂ ਡੈਲਟਾ ਸਕੇਅਰ, ਇਹ ਸਰਕਲ ਆਊਗਾ। ਸਰਕੂਲਰ ਨੇਬਰਹੁੱਡ ਹੋ ਗਈ ਇਹ, ਸੌਰੀ ਸਫੈਰੀਕਲ ਨਹੀਂ। ਸਫੈਰੀਕਲ ਹੁੰਦੀ ਆ 3 ਡਾਇਮੈਂਸ਼ਨ 'ਚ, ਸਰਕੂਲਰ ਹੁੰਦੀ ਆ 2 ਡਾਇਮੈਂਸ਼ਨ 'ਚ। ਸਰਕੂਲਰ ਨੇਬਰਹੁੱਡ ਆ ਗਈ। ਇਹ ਸਰਕਲ ਦੀ ਇਕੁਏਸ਼ਨ ਇਹ ਬਣ ਗਈ, ਠੀਕ ਹੈ। ਇਹ ਰੀਜ਼ਨ ਕਿਹੜਾ ਡਰੋ ਹੁੰਦਾ? ਐਕਸ ਵਾਈ ਕਿਹੜੇ ਆ? ਇਹ ਉਹ ਆ ਜਿਨ੍ਹਾਂ ਦਾ A B ਤੋਂ ਡਿਸਟੈਂਸ ਕੀ ਆ? ਡੈਲਟਾ। ਸੋ ਇਹ ਪੁਆਇੰਟ ਕਿਹੜੇ ਆ ਗਏ? A ਵਾਲੇ। ਪਰ ਮੈਨੂੰ ਇਹ ਨਹੀਂ ਚਾਹੀਦੇ ਰਾਜੇ, ਮੈਨੂੰ ਚਾਹੀਦੇ ਅੰਦਰਲੇ ਪੁਆਇੰਟ। ਸੋ ਮੈਂ ਇੱਥੇ ਲਿਖੂੰਗਾ ਸਟ੍ਰਿਕਟਲੀ ਲੈਸ ਦੈਨ ਡੈਲਟਾ। ਇਹਦਾ ਮਤਲਬ ਜਿਹੜੇ ਪੁਆਇੰਟ ਆਉਣਗੇ ਕਿਹੜੇ ਆਉਣਗੇ? ਉਹ ਆਉਣਗੇ ਜਿਨ੍ਹਾਂ ਦਾ A B ਤੋਂ ਡਿਸਟੈਂਸ ਡੈਲਟਾ ਤੋਂ ਘੱਟ ਆ। ਤੁਸੀਂ ਇਹ ਕਹੋਗੇ ਹੁਣ ਸਰ ਤੁਸੀਂ ਕਹਿ ਰਹੇ ਹੋ ਡੈਲਟਾ ਸਕੇਅਰ ਤੋਂ ਘੱਟ ਆ। ਨਹੀਂ ਨਹੀਂ, ਡੈਲਟਾ ਤੋਂ ਘੱਟ ਕਹਿ ਰਿਹਾ ਮੈਂ, ਇਹ ਵਾਲੇ ਡੈਲਟਾ ਤੋਂ। ਇਹ ਇੰਟੀਰੀਅਰ ਆਫ ਸਰਕਲ ਨੂੰ ਰੀਪ੍ਰਜੈਂਟ ਕਰਦਾ। ਜੇ ਮੈਂ ਇੱਥੇ ਇਕੁਐਲਿਟੀ ਪਾ ਦਾਂ, ਇਹ ਬਾਊਂਡਰੀ ਆਫ ਸਰਕਲ ਨੂੰ ਰੀਪ੍ਰਜੈਂਟ ਕਰਨ ਲੱਗ ਜਾਂਦੇ ਆ। ਇਹ ਪੁਆਇੰਟ ਜਿਹੜੇ ਬਾਊਂਡਰੀ ਦੇ ਆ ਜਾਂਦੇ ਆ। ਜੇ ਮੈਂ ਇਹ ਵਾਲਾ ਪਾ ਦੇਵਾਂ ਤਾਂ ਇਹਦਾ ਮਤਲਬ ਸਮੇਤ ਬਾਊਂਡਰੀ, ਇਹ ਸਾਰੇ ਦਾ ਸਾਰਾ ਜਿਹੜਾ ਸਰਕਲ ਆ ਜਾਊਗਾ। ਜਾਣੀ ਕਿ ਪੂਰੀ ਪੂਰੀ ਇਹਨੂੰ ਡਿਸਕ ਕਹਿ ਦਿੰਦੇ ਆ। ਇਹਨੂੰ ਕਹਿੰਦੇ ਆ ਓਪਨ ਡਿਸਕ, ਇਹਨੂੰ ਕਹਿ ਦਿੰਦੇ ਬਾਊਂਡਰੀ, ਇਹਨੂੰ ਕਹਿ ਦਿੰਦੇ ਕਲੋਜ਼ਡ ਡਿਸਕ, ਜਿਹਦੇ 'ਚ ਬਾਊਂਡਰੀ ਆ ਜਾਂਦੀ ਹੈ, ਠੀਕ ਆ। ਕਿਹੜੇ ਪੁਆਇੰਟ? ਹੁਣ ਕੋਈ ਵੀ ਹੈ, ਮੰਨ ਲਓ ਤੁਸੀਂ ਡੈਲਟਾ ਲੈ ਲਓ, ਇਹ ਲੈ ਲਓ R, ਇਹ ਲੈ ਲਓ A B। ਮੈਂ ਕਹਿੰਦਾ ਉਹ ਪੁਆਇੰਟ ਦੱਸੋ ਜਿਹਦਾ ਡਿਸਟੈਂਸ R ਤੋਂ ਘੱਟ ਆ। ਤੁਸੀਂ ਕਹੋਗੇ ਲਓ ਜੀ ਆਹ ਪੁਆਇੰਟ ਲੈ ਲਓ ਅਤੇ ਇਹਦਾ ਡਿਸਟੈਂਸ ਮੈਜ਼ਰ ਕਰੋ, ਫਿਰ ਕੀ ਆਊਗਾ? x ਮਾਈਨਸ A ਤੁਸੀਂ ਕਹੋਗੇ, y ਮਾਈਨਸ B, ਅਤੇ ਡਿਸਟੈਂਸ ਕੀ ਹੁੰਦਾ? ਅੰਡਰ ਰੂਟ ਕਿਸ ਤੋਂ ਛੋਟਾ ਹੋਣਾ ਚਾਹੀਦਾ? R ਤੋਂ। ਅਤੇ ਇਹਦੇ ਸਕੇਅਰਿੰਗ ਕਰੋ, ਕੀ ਆਊਗੀ? x ਮਾਈਨਸ A ਸਕੇਅਰ y ਮਾਈਨਸ B ਸਕੇਅਰ ਮਾਈਨਸ R ਸਕੇਅਰ। ਯਾਨੀ ਕਿ ਇਹ ਜਿਨ੍ਹਾਂ ਦਾ ਡਿਸਟੈਂਸ R ਤੋਂ ਘੱਟ ਆ, ਮਤਲਬ ਇਹ ਅੰਦਰ ਅੰਦਰ ਆਉਣਗੇ ਨਾ, ਇਹਨਾਂ ਦਾ, ਇਹਦਾ ਵੀ R ਤੋਂ ਘੱਟ ਆ, ਇਹਦਾ ਵੀ R ਤੋਂ ਘੱਟ ਆ, ਇਹਦਾ ਵੀ R ਤੋਂ ਘੱਟ ਆ, ਇਹਦਾ R ਤੋਂ ਜ਼ਿਆਦਾ ਆ, ਇਹਦਾ ਵੀ R ਤੋਂ ਜ਼ਿਆਦਾ ਆ, ਇਹਦਾ R ਤੋਂ ਜ਼ਿਆਦਾ ਆ। ਇਹ ਪੁਆਇੰਟ ਦਾ R ਜਿੰਨਾ, ਇਹ ਪੁਆਇੰਟ ਦਾ R ਜਿੰਨਾ, ਕਿਉਂਕਿ R ਰੇਡੀਅਸ ਆ, ਡਿਸਟੈਂਸ R ਜਿੰਨਾ, ਇਹਦਾ ਵੀ R ਜਿੰਨਾ, R ਜਿੰਨਾ, R ਜਿੰਨਾ। ਅੰਦਰ ਜਾ ਵੜੂੰਗਾ ਤਾਂ R ਤੋਂ ਘੱਟ ਆ। ਸੋ ਇਹ ਚੀਜ਼ ਨੂੰ ਸੈਟਿਸਫਾਈ ਕਰਨ ਵਾਲੇ ਪੁਆਇੰਟ ਆਪਾਂ ਨੂੰ ਚਾਹੀਦੇ ਹੁੰਦੇ ਆ। ਇਹਨੂੰ ਕਹਿੰਦੇ ਆ ਸਰਕੂਲਰ ਨੇਬਰਹੁੱਡ, ਠੀਕ ਆ। ਅਤੇ ਇਹਨੂੰ ਲਿਖਣ ਦਾ ਤਰੀਕਾ ਕੀ ਆ? ਉੱਪਰਲੀ ਆ ਜਿਹੜੀ ਨੇਬਰਹੁੱਡ, ਉਹਨੂੰ ਆਪਾਂ ਐਂ ਲਿਖਦੇ ਹੁੰਦੇ ਆ ਐਕਸ ਵਾਈ ਜਿਹੜੇ ਸੈਟਿਸਫਾਈ ਕਰਦੇ ਆ ਇਹਨੂੰ ਰੈਕਟੈਂਗੂਲਰ ਨੇਬਰਹੁੱਡ ਦੇ ਪੁਆਇੰਟ ਆ ਗਏ ਇਹ, ਅਤੇ ਐਕਸ ਵਾਈ ਜਿਹੜੇ ਸੈਟਿਸਫਾਈ ਕਰਦੇ ਆ ਇਹਨੂੰ, ਉਹ ਕੀ ਹੋ ਗਏ? ਸਰਕੂਲਰ। ਇਹ ਰੈਕਟੈਂਗੂਲਰ, ਇਹ ਸਰਕੂਲਰ ਨੇਬਰਹੁੱਡ ਹੈ, ਠੀਕ ਹੈ ਜੀ। ਹੁਣ ਇਸ ਤਰੀਕੇ ਨਾਲ ਆਪਾਂ ਕੁਐਸਚਨ ਕਰਨੇ ਆ। ਹੁਣ ਗੱਲ ਕਰਦੇ ਹਾਂ ਆਪਾਂ ਲਿਮਿਟ ਦੀ ਡੈਫੀਨੇਸ਼ਨ ਦੀ। ਲਿਮਿਟ ਦੀ ਡੈਫੀਨੇਸ਼ਨ ਦਾ ਕੀ ਮਤਲਬ ਹੁੰਦਾ? f(x, y)
ਐਲ ਨੂੰ ਅਪਰੋਚ ਕਰੇ, ਜਦੋਂ ਐਕਸ ਵਾਈ ਏ ਬੀ ਨੂੰ ਅਪਰੋਚ ਕਰੇ, ਇੱਥੇ ਤਾਂ ਟੂ ਟਪਲ ਪੁਆਇੰਟ ਹੀ ਆਉਣੇ ਆ। ਹੁਣ ਏ ਬੀ ਨੂੰ ਅਪਰੋਚ ਕਰਨ ਦਾ ਕੀ ਮਤਲਬ ਆ ਕਿ ਐਕਸ ਵਾਈ ਏ ਬੀ ਦੀ ਨੇਬਰਹੁੱਡ 'ਚ ਹੋਵੇ, ਅਤੇ ਇਹਦਾ ਮਤਲਬ ਕੀ ਆ ਕਿ ਇਹ ਐਲ ਐਫ ਐਕਸ ਵਾਈ ਐਲ ਦੀ ਨੇਬਰਹੁੱਡ 'ਚ ਹੋਵੇ। ਹੁਣ ਐਲ ਦੀ ਨੇਬਰਹੁੱਡ ਕੀ ਆ, ਹੁਣ ਦੇਖਿਆ ਜਾਵੇ ਤਾਂ ਰਾਜੇ ਇਹ ਜਿਹੜੇ ਆਪਣੇ ਕੋਲ ਫੰਕਸ਼ਨ ਹੁੰਦੇ ਆ ਨਾ, ਇਹ ਜਿਹੜੇ ਸਾਰੇ ਫੰਕਸ਼ਨ ਆ ਇਹ ਹੁੰਦੇ ਆ ਆਰ ਸਕੇਅਰ ਤੋਂ, ਇੱਥੇ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ, ਜਿੱਥੋਂ ਤੱਕ ਮੈਨੂੰ ਪਤਾ ਇਹ ਸਾਰੇ ਫੰਕਸ਼ਨ ਹੁੰਦੇ ਆ ਆਰ ਸਕੇਅਰ ਤੋਂ ਆਰ, ਹਾਂ ਆਰ ਸਕੇਅਰ ਤੋਂ ਆਰ ਐਫ, ਜਿਨ੍ਹਾਂ ਦੀ ਆਪਾਂ ਲਿਮਿਟ ਦੇਖਣੀ ਆ, ਆਪਾਂ ਕੰਟੀਨਿਊਟੀ ਦੇਖਣੀ ਆ, ਠੀਕ ਆ। ਦੂਸਰੇ ਜਿਨ੍ਹਾਂ ਦੀ ਇਹ ਵੀ ਜਿਹੜੀ ਹੈਗੀ ਆ ਆਰ ਸਕੇਅਰ ਤੋਂ ਆਰ ਸਕੇਅਰ ਆ, ਉਹ ਹਜੇ ਤੁਹਾਡੇ ਸਿਲੇਬਸ 'ਚ ਨਹੀਂ ਗੇ, ਫਿਲਹਾਲ ਤਾਂ ਨਹੀਂ ਮੈਨੂੰ ਦਿਖ ਰਹੇ, ਜੇ ਹੋਏ ਤਾਂ ਮੈਂ ਜ਼ਰੂਰ ਦੱਸੂ। ਮਤਲਬ ਆਊਟਪੁੱਟ ਆ ਨਾ, ਇਹੋ ਜਿਹੇ ਫੰਕਸ਼ਨ ਹੁੰਦੇ ਆ। ਆਊਟਪੁੱਟ ਆ ਜਿਹੜੀ ਟੂ ਟਪਲ ਹੁੰਦੀ ਆ, ਸੌਰੀ ਇਨਪੁੱਟ ਟੂ ਟਪਲ ਹੁੰਦੀ ਆ, ਆਊਟਪੁੱਟ ਇਹੋ ਜਿਹੀ ਹੁੰਦੀ ਆ। ਮਤਲਬ ਇੱਥੇ 1 2 ਮੈਂ ਪੁੱਟ ਕਰੂੰਗਾ, ਕੀ ਆ ਜਾਊਗਾ 3, ਮਤਲਬ ਆਉਂਦਾ ਰੀਅਲ ਨੰਬਰ ਹੀ ਹੈ। ਸੋ ਇਹਦਾ ਮਤਲਬ ਇਹ ਕੀ ਹੈ, ਇੱਕ ਰੀਅਲ ਨੰਬਰ ਆ, ਨੇੜੇ ਕਿਹਦੇ ਹੋ ਰਿਹਾ, ਰੀਅਲ ਨੰਬਰ ਦੇ। ਅਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕਿਵੇਂ ਕਰੀਦਾ ਹੁੰਦਾ। ਫੋਰ ਐਪਸਲਨ ਪੋਜ਼ੀਟਿਵ ਦੇਅਰ ਐਗਜ਼ਿਸਟ ਡੈਲਟਾ 1 ਡੈਲਟਾ 2, ਇੱਥੇ ਦੋ ਆਉਣਗੇ, ਇੱਕ ਐਕਸ ਵਾਸਤੇ ਇੱਕ ਵਾਈ ਵਾਸਤੇ, ਸੱਚ ਦੈਟ ਡੈਫੀਨੇਸ਼ਨ ਕੀ ਬਣੂਗੀ, ਐਫ ਐਕਸ ਵਾਈ ਆ ਜਿਹੜਾ, ਕਿਉਂਕਿ ਇਹ ਇੱਕ ਰੀਅਲ ਨੰਬਰ ਆ 1 2 3 4 ਵਰਗਾ, ਇਹ ਕਿਸੇ ਐਲ ਦੇ ਨੇੜੇ ਹੋਊਗਾ, ਉਹ ਵੀ ਕੀ ਹੋਊਗਾ 1 2 3 4 ਵਰਗਾ, ਠੀਕ ਆ, ਲੈਸ ਦੈਨ ਐਪਸਲਨ। ਕਦੋਂ, ਵੈਨ ਐਕਸ ਏ ਦੇ ਨੇੜੇ ਹੋਵੇ, ਵਾਈ ਬੀ ਦੇ ਨੇੜੇ ਹੋਵੇ, ਕਿੰਨਾ ਕੁ ਨੇੜੇ ਹੋਵੇ, ਇਹ ਐਕਸ ਦਾ ਬਾਰੇ ਡੈਲਟਾ 1 ਦੱਸੂਗਾ, ਇਹਦੇ ਬਾਰੇ ਡੈਲਟਾ 2 ਦੱਸੂਗਾ। ਇਹ ਜੇ ਦੇਖੋ ਤਾਂ ਇਹ ਰੈਕਟੈਂਗੂਲਰ ਨੇਬਰਹੁੱਡ ਹੋ ਗਈ, ਮਤਲਬ ਏ ਬੀ ਐਕਸ ਵਾਈ ਜਦੋਂ ਏ ਬੀ ਦੇ ਨੇੜੇ ਹੁੰਦਾ ਤਾਂ ਐਫ ਐਕਸ ਵਾਈ ਐਲ ਦੇ ਨੇੜੇ ਹੁੰਦਾ। ਸੋ ਇਹ ਡੈਫੀਨੇਸ਼ਨ ਹੋ ਗਈ ਲਿਮਿਟ ਦੀ। ਇਹਦੀ ਜਗ੍ਹਾ 'ਤੇ ਆਪਾਂ ਚੇਂਜ ਕਰਕੇ ਇਹ ਵੀ ਲਿਖ ਸਕਦੇ ਹਾਂ, ਐਕਸ ਵਾਈ ਮਾਈਨਸ ਏ ਬੀ ਲੈਸ ਦੈਨ ਡੈਲਟਾ। ਜੇ ਗੌਰ ਨਾਲ ਦੇਖੋ, ਐਕਸ ਵਾਈ ਅਤੇ ਏ ਬੀ ਦਾ ਡਿਸਟੈਂਸ ਮੋਡ ਆ ਜਿਹੜਾ ਰਾਜੇ, ਉਹ ਡਿਸਟੈਂਸ ਫੰਕਸ਼ਨ ਹੁੰਦਾ, ਡਿਸਟੈਂਸ ਫੰਕਸ਼ਨ ਐਂ ਲਿਖਦੇ ਹਾਂ ਆਪਾਂ ਮੋਡ ਡਾਟ ਪਾ ਕੇ। ਇਹ ਡਿਸਟੈਂਸ ਐਕਸ ਵਾਈ ਦੇ ਕਿੰਨਾ ਵਾ, ਐਕਸ ਮਾਈਨਸ ਏ ਦਾ ਸਕੇਅਰ ਵਾਈ ਮਾਈਨਸ ਬੀ ਦਾ ਸਕੇਅਰ ਲੈਸ ਦੈਨ ਡੈਲਟਾ। ਸਕੇਅਰਿੰਗ ਕਰ ਦਿਓ ਇਹਨੂੰ, ਐਕਸ ਮਾਈਨਸ ਏ ਦਾ ਸਕੇਅਰ ਵਾਈ ਮਾਈਨਸ ਬੀ ਦਾ ਸਕੇਅਰ ਲੈਸ ਦੈਨ ਡੈਲਟਾ ਸਕੇਅਰ। ਇਹ ਤਾਂ ਸਰਕੂਲਰ ਨੇਬਰਹੁੱਡ ਨਹੀਂ ਬਣ ਗਈ। ਚਾਹੇ ਐਂ ਲਿਖ ਲਓ, ਚਾਹੇ ਐਂ ਲਿਖ ਲਓ, ਚਾਹੇ ਐਂ ਲਿਖ ਲਓ, ਤਿੰਨ ਤਰੀਕੇ ਹੋ ਗਏ ਇੱਕ ਚੀਜ਼ ਨੂੰ ਲਿਖਣ ਦੇ। ਲਿਖਣ ਦਾ ਤਰੀਕਾ ਅੱਡ ਅੱਡ ਲੱਗਦਾ, ਪਰ ਮਤਲਬ ਸੇਮ ਆ ਕਿ ਐਕਸ ਵਾਈ ਏ ਬੀ ਦੇ ਬਹੁਤ ਨੇੜੇ ਆ। ਜਦੋਂ ਐਕਸ ਵਾਈ ਏ ਬੀ ਦੇ ਬਹੁਤ ਨੇੜੇ ਆਊਗਾ ਤਾਂ ਐਫ ਐਕਸ ਵਾਈ ਐਲ ਦੇ ਬਹੁਤ ਨੇੜੇ ਚਲਾ ਜਾਊਗਾ। ਬਸ ਇਹ ਲਿਮਿਟ ਦੀ ਡੈਫੀਨੇਸ਼ਨ ਹੋ ਗਈ। ਇੱਕ ਚੀਜ਼ ਹੋਰ ਆ ਰਾਜੇ ਕਿ ਜਦੋਂ ਐਕਸ ਵਾਈ ਨਾ ਏ ਬੀ ਦੇ ਨੇੜੇ ਜਾਂਦਾ ਹੁੰਦਾ, ਆਪਾਂ ਇਹ ਚੀਜ਼ ਦਾ ਧਿਆਨ ਰੱਖਦੇ ਹਾਂ ਕਿ ਐਕਸ ਵਾਈ ਆ ਜਿਹੜਾ ਏ ਬੀ ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਸੋ ਇਹਦੇ ਵਾਸਤੇ ਕਈ ਵਾਰੀ ਤਾਂ ਇਹ ਇੱਥੇ ਸਪੈਸ਼ਲ ਮੈਂਸ਼ਨ ਕਰਿਆ ਕਰੂਗਾ, ਤੁਸੀਂ ਦੇਖ ਲਿਓ ਕਿ ਐਕਸ ਵਾਈ ਆ ਜਿਹੜਾ ਏ ਬੀ ਦੇ ਬਰਾਬਰ ਨਹੀਂ ਹੈ। ਕਈ ਵਾਰੀ ਐਂ ਕਰ ਦੂਗਾ, ਇਹਦਾ ਮਤਲਬ ਕੀ ਹੈ, ਐਕਸ ਏ ਦੇ ਬਰਾਬਰ ਨਹੀਂ ਹੋ ਸਕਦਾ, ਵਾਈ ਬੀ ਦੇ ਬਰਾਬਰ ਨਹੀਂ ਹੋ ਸਕਦਾ। ਇਹ ਵੀ ਕਰ ਜਾਂਦਾ ਕਈ ਵਾਰੀ। ਕਈ ਵਾਰੀ ਇਹ ਨਹੀਂ ਕਰਦਾ ਅਤੇ ਇੱਥੇ ਐਕਸ ਵਾਈ ਨੋਟ ਇਕੁਅਲ ਟੂ ਏ ਵੀ ਲਿਖ ਦਿੰਦਾ। ਕਈ ਵਾਰੀ ਇਹ ਇੱਥੇ 0 ਤੋਂ ਵੱਡਾ ਪਾ ਦਿੰਦਾ। ਇਹਦਾ ਮਤਲਬ ਵੀ ਉਹੀ ਹੈ ਵੀ ਐਕਸ ਵਾਈ ਦਾ ਡਿਸਟੈਂਸ ਏ ਬੀ ਤੋਂ 0 ਦੇ ਬਰਾਬਰ ਨਹੀਂ ਹੋ ਸਕਦਾ। ਮਤਲਬ ਐਕਸ ਵਾਈ ਏ ਬੀ ਦੇ ਜਦੋਂ ਇਕੁਅਲ ਹੋਊਗਾ ਉਦੋਂ ਹੀ 0 ਹੋਊਗਾ ਨਾ ਡਿਸਟੈਂਸ। ਜਦੋਂ ਇਹ ਪੁਆਇੰਟ ਦੇ ਬਰਾਬਰ ਹੋਊਗਾ ਉਦੋਂ ਡਿਸਟੈਂਸ 0 ਹੁੰਦਾ। ਜਾਣੀ ਕਿ ਐਕਸ ਵਾਈ ਜਦੋਂ ਏ ਬੀ ਦੇ ਬਰਾਬਰ ਹੋ ਗਿਆ ਉਦੋਂ ਡਿਸਟੈਂਸ 0 ਹੋਊਗਾ, ਅਤੇ ਉਹ ਕਹਿੰਦਾ ਉਹ ਨਹੀਂ ਹੋਣਾ ਚਾਹੀਦਾ। ਕਈ ਵਾਰੀ ਇੱਥੇ ਵੀ ਐਂ ਪਾ ਦਿੰਦਾ। ਇਹਦਾ ਮਤਲਬ ਵੀ ਉਹੀ ਹੈ ਕਿ ਇੱਕ ਚੀਜ਼ ਸੋਚਣਾ ਵੀ ਇਹ 0 ਕਦੋਂ ਹੋਊਗਾ। ਐਕਸ ਮਾਈਨਸ ਏ ਦਾ ਸਕੇਅਰ ਵਾਈ ਮਾਈਨਸ ਬੀ ਦਾ ਸਕੇਅਰ, ਇਹ 0 ਕਦੋਂ ਹੋਊਗਾ। ਦੋ ਪੋਜ਼ੀਟਿਵ ਚੀਜ਼ਾਂ ਦਾ ਸਮ 0 ਕਦੋਂ ਹੁੰਦਾ, ਜਦੋਂ ਦੋਵੇਂ 0 ਹੋਣ, ਅਦਰਵਾਈਜ਼ ਤਾਂ ਹੋ ਹੀ ਨਹੀਂ ਸਕਦਾ। ਅਤੇ ਇਹ 0 ਕਦੋਂ ਹੋਊਗਾ, ਜਦੋਂ ਐਕਸ ਏ ਹੋਵੇ। ਇਹ 0 ਕਦੋਂ ਹੋਊਗਾ, ਜਦੋਂ ਵਾਈ ਬੀ ਜੀ ਹੋਵੇ। ਸੋ ਗੱਲ ਉੱਥੇ ਹੀ ਮੁੱਕਦੀ ਹੈ। ਜਾਣੀ ਕਿ ਇੱਥੇ ਜਾਂ ਤਾਂ ਇਹ ਪਾ ਲਓ ਅਤੇ ਨਹੀਂ ਐਕਸ ਵਾਈ ਨੋਟ ਇਕੁਅਲ ਟੂ 0 ਪਾ ਦਿਓ। ਇਹ ਆਪਾਂ ਦੇਖਦੇ ਹਾਂ ਜਦੋਂ ਕੁਐਸਚਨ ਕਰਦੇ ਹਾਂ ਨਾ। ਕੁਐਸਚਨ ਕਰੀਏ ਪਹਿਲਾਂ ਹੁਣ, ਅਤੇ ਹੁਣ ਕਿਹੜੀ ਨੇਬਰਹੁੱਡ ਲੈਣੀ ਆ ਇਹ ਤੁਸੀਂ ਡਿਸਾਈਡ ਕਰੋਗੇ। ਅਤੇ ਇਹ ਚੀਜ਼ ਪ੍ਰੈਕਟਿਸ ਨਾਲ ਪਤਾ ਲੱਗ ਜਾਂਦੀ ਹੈ। ਇਹ ਮੈਕਸਿਮਮ ਮਿਨੀਮਮ ਵਾਲਾ ਕੰਮ ਨਹੀਂ ਹੈ, ਨਾ ਹੀ ਇਹ ਜਕੋਬੀਅਨ 'ਚ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਰਿਲੇਸ਼ਨ ਬਣਾਉਣੇ ਆ, ਥੋੜ੍ਹਾ ਜਿਹਾ ਯਾਦ ਰੱਖਿਓ, ਉਹ ਕੰਮ ਨਹੀਂ ਹੈ। ਇਹ ਪ੍ਰੈਕਟਿਸ ਵਾਲਾ ਕੰਮ ਆ। ਇਹ ਪ੍ਰੈਕਟਿਸ ਨਾਲ ਪੋਸੀਬਲ ਆ।
ਲੈਟ x 0 ਵੱਲ ਨੂੰ ਜਾਂਦਾ, y 0 ਵੱਲ ਨੂੰ ਜਾਂਦਾ, x ਸਕੇਅਰ ਪਲੱਸ y ਸਕੇਅਰ ਇਜ਼ ਇਕੁਅਲ ਟੂ ਕੀ ਹੋਵੇ 0। ਕਿਵੇਂ ਕੈਲਕੂਲੇਟ ਕਰੀਏ ਇਹਦਾ? ਹੁਣ ਜੋ ਵੀ ਹੈ ਰਾਜੇ ਇੱਥੇ ਇੱਕ ਚੀਜ਼ ਤਾਂ ਕਲੀਅਰ ਜੀ ਦਿਖ ਰਹੀ ਆ ਵੀ ਮੈਨੂੰ ਇੱਕ ਸਰਕਲ ਜਿਹਾ ਦਿਸੀ ਜਾਂਦਾ ਇੱਥੇ, ਪਤਾ ਲੱਗਦਾ ਨਾ, ਜਿਵੇਂ ਆਪਾਂ ਐਂ ਨਹੀਂ ਲਿਖ ਦਿੰਦੇ x ਸਕੇਅਰ y ਸਕੇਅਰ ਇਜ਼ ਇਕੁਅਲ ਟੂ r ਸਕੇਅਰ, ਤਾਂ ਸਰਕੂਲਰ ਨੇਬਰਹੁੱਡ ਨੂੰ ਚੁਣੂਗਾ ਮੈਂ, ਠੀਕ ਹੈ। ਤਾਂ ਇੱਥੇ ਕੰਮ ਉਵੇਂ ਕਰਨਾ, ਫॉर ਗਿਵਨ ਐਪਸਲੋਨ, ਐਪਸਲੋਨ ਦਿੱਤਾ ਹੋਊਗਾ, ਲੈਟ ਐਪਸਲੋਨ ਪੋਜ਼ਿਟਿਵ ਬੀ ਗਿਵਨ, ਦੇयर ਐਗਜ਼ਿਸਟ ਡੈਲਟਾ ਪੋਜ਼ਿਟਿਵ ਸੱਚ ਦੈਟ, ਆਪਾਂ ਮੰਨ ਲਿਆ ਵੀ ਹੈਗਾ ਐਸਾ ਡੈਲਟਾ, ਪਰ ਆਪਾਂ ਨੂੰ ਲੱਭਣਾ ਹਜੇ ਡੈਲਟਾ ਕੀ ਲੱਭਦੇ ਹੁੰਦੇ ਸੀਗੇ, ਇੱਥੇ ਰਫ ਕੰਮ ਕਰ ਲੈਂਦੇ, ਡੈਲਟਾ ਕੀ ਲੱਭਦੇ ਹੁੰਦੇ ਸੀ, ਡਿਪੈਂਡਿੰਗ ਔਨ ਐਪਸਲੋਨ, ਮਤਲਬ ਇਹ ਕਿਤੇ ਇਹੋ ਜਿਹਾ ਆ ਜਾਂਦਾ ਹੁੰਦਾ ਸੀਗਾ, ਕਿਤੇ ਇਹ ਇਹੋ ਜਿਹਾ ਆ ਜਾਂਦਾ ਹੁੰਦਾ ਸੀ, ਹੁਣ ਵੀ ਆਈ ਆਉਣਾ, ਹਜੇ ਤਾਂ ਲੱਭਣਾ, ਹਜੇ ਤਾਂ ਪਤਾ ਹੀ ਨਹੀਂ ਆਪਾਂ ਨੂੰ। ਸੋ ਇੱਥੇ fxy ਕੀ ਹੈ, ਇਹ ਵਾਲਾ ਫੰਕਸ਼ਨ ਆ, fxy ਲਿਮਿਟ ਦਿੱਤੀ ਹੋਈ ਆਪਾਂ ਨੂੰ L0। ਹੁਣ ਤੁਸੀਂ ਕਹੋਗੇ ਸਰ ਜੇ ਲਿਮਿਟ ਦਿੱਤੀ ਹੋਈ ਆ ਫਿਰ ਲੱਭ ਕੀ ਰਹੇ ਆ ਆਪਾਂ? ਰਾਜੇ ਆਪਾਂ ਸ਼ੋਅ ਕਰ ਰਹੇ ਹਾਂ ਵੀ ਇਹੀ ਆ, ਇਹ ਲੱਭੀ ਆ ਨਾ ਜਿਹੜੀ ਲਿਮਿਟ, ਇਹ ਲੱਭੀ ਆ ਤੁੱਕੇ ਮਾਰ ਕੇ, x ਦੀ ਜਗ੍ਹਾ 0 ਰੱਖ ਕੇ y ਦੀ ਜਗ੍ਹਾ 0 ਰੱਖ ਕੇ ਇਹ ਲੱਭ ਜਾਂਦੀ ਹੁੰਦੀ ਆ, ਪਰ ਸਾਬਤ ਕਿਵੇਂ ਕਰੀਏ ਵੀ ਇਹੀ ਆ? ਇਹ ਜਿਹੜਾ ਤੁਸੀਂ +1 +2 'ਚ ਕੰਮ ਕਰਦੇ ਹੁੰਦੇ ਸੀ ਨਾ, ਉਦੋਂ ਊਂ ਹੀ ਕਰ ਲੈਂਦੇ ਸੀਗੇ ਉਹ, ਐਪਸਲੋਨ ਡੈਲਟਾ ਨਾਲ ਇਹੀ ਹੁੰਦਾ ਵੀ ਜਿਹੜੀ ਅਸੀਂ ਲੱਭ ਲਈ ਪ੍ਰੂਵ ਦੈਟ ਕਿ ਉਹੀ ਆ, ਲੈਸ ਦੈਨ ਐਪਸਲੋਨ ਮੰਨ ਲਓ, ਵੈਨ ਕਦੋਂ x ਸਕੇਅਰ y ਸਕੇਅਰ, ਚਾਹੇ ਐਂ ਕਰ ਲਓ x y ਕੀ ਹੈ 0 0 ਹੈ ਨਾ, ਇਹ ਤੋਂ ਲੈਸ ਦੈਨ ਡੈਲਟਾ ਹੋਏ। ਹੁਣ ਡੈਲਟਾ ਲੱਭੀਏ, ਕੀ ਕਰੀਏ ਡੈਲਟੇ ਦਾ? ਇੱਧਰੋਂ ਸ਼ੁਰੂ ਹੋ ਜਾਂਦੇ ਹਾਂ ਆਪਾਂ, ਹੈ ਨਾ, ਇਸ ਪਾਸਿਓਂ fxy -0 ਤੋਂ, ਇਹ ਕੀ ਹੈ x ਸਕੇਅਰ ਪਲੱਸ y ਸਕੇਅਰ। ਅੱਛਾ ਜੇ ਗੌਰ ਕਰੋ ਇੱਥੇ ਤਾਂ ਇਹ ਵੀ ਆਪਣੇ ਕੋਲੇ ਇਹਦੀ ਵੈਲਿਊ ਕੀ ਹੋਊਗੀ, ਅੰਡਰ x ਸਕੇਅਰ ਪਲੱਸ y ਸਕੇਅਰ ਹੀ ਹੋਊਗਾ ਨਾ, x -0 ਦਾ ਸਕੇਅਰ y -0 ਦਾ ਸਕੇਅਰ, ਡਿਸਟੈਂਸ ਫੰਕਸ਼ਨ ਹੀ ਹੈ, ਲੈਸ ਦੈਨ ਕੀ ਹੈ ਡੈਲਟਾ, ਦੈਨ ਕਿ x ਸਕੇਅਰ ਪਲੱਸ y ਸਕੇਅਰ ਕੀ ਹੈ, ਲੈਸ ਦੈਨ ਡੈਲਟਾ ਸਕੇਅਰ। ਇਹ ਚੀਜ਼ ਹੈ, ਇਹ ਤਾਂ ਹੋ ਗਈ, ਇਹ ਤਾਂ ਪੱਕਾ ਹੋ ਗਿਆ ਹੈ ਨਾ। ਹੁਣ ਆਪਾਂ ਦੇਖਣਾ ਵੀ ਕੀ ਆਪਾਂ ਚੁਣੀਏ ਕੀ। ਜੇ ਤੁਸੀਂ ਇੱਥੋਂ ਮੋਡ ਹਟਾ ਦੋ ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਪ੍ਰੋਬਲਮ ਨਹੀਂ, ਹਟਾ ਸਕਦਾ ਮੈਂ ਮੋਡ। ਤੇ ਲੈਸ ਦੈਨ ਕੀ ਮੰਨ ਲਈਏ, ਆਹ ਦੇਖੋ ਪਿਆ ਲੈਸ ਦੈਨ ਐਪਸਲਨ, ਪਰ ਇਹ ਲੈਸ ਦੈਨ ਕਦੋਂ ਹੋਊਗਾ, ਜਦੋਂ x ਸਕੇਅਰ y ਸਕੇਅਰ ਲੈਸ ਦੈਨ ਐਪਸਲਨ ਹੋਵੇ, ਠੀਕ ਹੈ ਜੀ। ਇੰਨਾ ਕੁ ਤਾਂ ਹੋ ਗਿਆ ਨਾ, ਜਾਣੀ ਕਿ fxy -0 ਲੈਸ ਦੈਨ ਐਪਸਲਨ ਹੁੰਦਾ ਵੈਨ x ਸਕੇਅਰ y ਸਕੇਅਰ ਲੈਸ ਦੈਨ ਐਪਸਲਨ ਹੁੰਦਾ। ਹੁਣ ਇਹਦਾ ਅੰਡਰ ਰੂਟ ਪਾ ਦਿਓ, ਜਦੋਂ ਕਦੋਂ ਹੋਊਗਾ, ਜਦੋਂ ਇਹ ਲੈਸ ਦੈਨ ਅੰਡਰ ਰੂਟ ਐਪਸਲਨ ਹੋਊਗਾ। ਹੁਣ ਇਹਨੂੰ ਇਹ ਕਿਹਦੇ ਬਰਾਬਰ ਸੀ, ਇਹ ਤਾਂ ਇਹਦੇ ਬਰਾਬਰ ਆ, ਇਹ ਅੰਡਰ ਰੂਟ ਵਾਲੀ ਚੀਜ਼ ਇਹ ਤਾਂ ਇਹਦੇ ਬਰਾਬਰ ਆ, ਇਹ ਕੀ ਹੋਵੇ ਲੈਸ ਦੈਨ ਅੰਡਰ ਰੂਟ, ਤੇ ਇਹ ਕੀ ਮੰਨਿਆ ਹੋਇਆ ਆਪਾਂ ਡੈਲਟਾ। ਸੋ ਆਪਣੇ ਕੋਲੇ ਕੀ ਹੋ ਗਿਆ fxy -0 ਲੈਸ ਦੈਨ ਐਪਸਲਨ ਵੈਨ xy 0 0 ਲੈਸ ਦੈਨ ਕੀ ਹੋਵੇ ਡੈਲਟਾ, ਡੈਲਟਾ ਕੀ ਆ √3, ਸੋ √3 ਨਹੀਂ ਰੂਟ ਐਪਸਲਨ। ਸੋ ਆਪਣੇ ਕੋਲੇ ਡੈਲਟਾ ਲੱਭ ਗਿਆ, ਸੋ ਇਹਦਾ ਮਤਲਬ ਆਪਣੇ ਕੋਲੇ ਲਿਮਿਟ ਇਹੀ ਆ, ਪ੍ਰੂਵ ਹੋ ਗਈ। ਸੋ ਇਸ ਤੋਂ ਬਾਅਦ ਤੁਸੀਂ ਕੰਪਲੀਟ ਕਿਵੇਂ ਲਿਖਣਾ, ਫॉर ਐਪਸਲਨ ਪੋਜ਼ਿਟਿਵ ਗਿਵਨ ਲਿਖੀਦਾ ਹੁੰਦਾ, ਇੱਥੇ ਫॉर ਈਚ ਨਹੀਂ ਲਿਖੀਦਾ ਹੁੰਦਾ ਕਦੇ ਵੀ। ਦੇयर ਐਗਜ਼ਿਸਟ ਡੈਲਟਾ ਕੀ ਆ ਗਿਆ √3 ਰੂਟ ਐਪਸਲਨ ਸੱਚ ਦੈਟ fxy -0 ਲੈਸ ਦੈਨ ਐਪਸਲਨ when xy 0 0 ਲੈਸ ਦੈਨ ਰੂਟ ਐਪਸਲਨ ਯਾਨੀ ਕਿ ਡੈਲਟਾ, ਠੀਕ ਆ। ਇੱਥੇ ਇੱਕ ਚੀਜ਼ ਇਹਨੂੰ ਕਰਨੀ ਚਾਹੀਦੀ ਸੀ, ਇਹਨੇ ਕੀਤੀ ਨਹੀਂ, ਇਹਨੂੰ ਸ਼ੁਰੂ 'ਚ ਹੀ ਲਿਖਣਾ ਚਾਹੀਦਾ ਸੀ, ਕਿਉਂਕਿ ਆਪਾਂ ਲਿਮਿਟ ਡਿਸਕਸ ਕਰ ਰਹੇ ਹਾਂ। ਇੱਥੇ ਹੀ ਕਿੱਧਰ ਗਿਆ ਕੁਐਸਚਨ, ਇੱਥੇ ਇਹਨੂੰ ਇਹ ਲਿਖਣਾ ਚਾਹੀਦਾ ਸੀ ਮੇਰੇ ਅਕੋਰਡਿੰਗ ਤਾਂ, ਕਿ xy ਆ ਜਿਹੜਾ ਨਾਟ ਇਕੁਅਲ ਟੂ ਦਿਸ ਪੁਆਇੰਟ 0 0, ਭਾਵੇਂ ਸਾਰੇ 'ਚ ਲਿਖੀ ਜਾਂਦਾ ਪਰ ਇੱਕ ਵਾਰੀ ਇੱਥੇ ਵੀ ਲਿਖ ਦਿੰਦਾ, ਇੱਥੇ ਵੀ ਲਿਖ ਦਿੰਦਾ, ਕੀ ਫਰਕ ਪੈਣਾ ਸੀ, ਕੋਈ ਫਰਕ ਨਹੀਂ ਸੀ ਪੈਣਾ, ਸਾਰਾ ਕੁਐਸਚਨ ਸੇਮ ਹੋ ਜਾਣਾ ਸੀ, ਬਸ ਨਾਲ ਆਪਾਂ ਇਹ ਲਿਖੀ ਜਾਣਾ ਸੀ। ਦੇਖੋ ਇੱਥੇ ਲਿਖ ਦਿੰਦਾ ਹੋਰ, ਫਿਰ ਇੱਥੇ ਤਾਂ ਆਪਾਂ ਨੇਬਰਹੁੱਡ ਦੀ ਗੱਲ ਨਹੀਂ ਕੀਤੀ, ਇੱਥੇ ਵੀ ਨਹੀਂ ਕੀਤੀ, ਇੱਥੇ ਵੀ ਨਹੀਂ ਕੀਤੀ, ਇੱਥੇ ਨਹੀਂ ਕੀਤੀ, ਇੱਥੇ ਵੀ ਨਹੀਂ ਕੀਤੀ, ਇੱਥੇ ਆਏ, ਫਿਰ ਉਸ ਤੋਂ ਬਾਅਦ ਜਦੋਂ ਇਹ ਲਿਖਿਆ
फिर नेबरहुड की गल की है, फिर एक्स वाई नॉट इक्वल टू 0 0 लिख दिंदा। एक बारी तो लिख दिंदा ना, विच शुरू च लिख दिंदा, भावें बाद च किते भी ना लिखदा, भावें एंड ते भी ना लिखदा, चलो शुरू च लिखना चाहिए सी, एंड ते जो डेफिनेशन कंप्लीट हुई है उदों लिखना चाहिए। चलो छड्डो कोई गल नहीं, अगला क्वेश्चन देखो। अगला क्वेश्चन एग्जाम्पल ही है, एग्जाम्पल करवाउण लगा। लिमिट ये बहुत ये दो तरह के क्वेश्चन ही आने हैं राजी, तो मैं दोवें तरह के करवा देने हैं। एक्स वाई इज इक्वल टू 2, फिर उस तो बाद कंटीन्यूटी देखांगे। हुण जो ये चीज़ आ जाए राजे, ये दोवें तरीक़े नाल हो सकती होंदी है। कोई भी क्वेश्चन अपने को रैक्टेंगुलर नाल भी हो सकता, तो सर्कुलर नाल भी हो सकता, सफैरीकल नाल भी हो सकता, क्योंकि अगे क्वेश्चन मैं देख रहा वो सफैरीकल आ रहा है। हुण लिमिट आ जिहड़ा राजी, सब तो पहला तो वैसे तो देखा जाए कि डोमेन भी देखी जाती होंदी है, डोमेन हाँ 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 लिखा होया। अगली अगली आ देखो, अगली एग्जाम्पल आ, ये देखो आ डोमेन चों आ पॉइंट कड्ढी जाता। ਇਹਦਾ मतलब की है कि एक्स वाई है ਜਿਹੜਾ ਇਹ ਚਾਹੁੰਦਾ है कि 1 ਤੇ 2 ना ਹੋਵੇ, ਤੇ ਇੱਥੇ ਇਹਨੂੰ कोई प्रॉब्लम नहीं ਸੀਗੀ, है ना। चलो कोई गल नहीं, चलो एफ एक्स वाई की आ गया, सोल्यूशन कर लगा तो मैं एफ एक्स वाई आ गया। कोई एक्सरसाइज चो क्वेश्चन देखांगे इस तो बाद, एक्सरसाइज के मैक्सिमम मिनिमम तो वड्डे सी, चलो इत्थे तो आप कर ही सकते हैं। एफ एक्स वाई ए आ गया है ना। हुण एप्सिलॉन फॉर गिवन एप्सिलॉन पॉजिटिव देर एग्जिस्ट, इत्थे मनना आप भी लैट देर एग्जिस्ट डेल्टा हैगा, मान लो ठीक है, हजे आपां नूं नहीं पता किहो जिहा डेल्टा किहो जिहा नहीं, सच दैट एफ एक्स वाई माइनस की है आ देखो 2 लैस दैन एप्सिलॉन वैन एक्स माइनस ए, हुण मैं रैक्टेंगुलर ना करन लगा, लैस दैन डेल्टा वाई माइनस बी लैस दैन डेल्टा। हुण तुसीं कहोगे सर इत्थे डेल्टा 1 तो डेल्टा 2 क्यों नहीं लिया, मैं तां नहीं लिया क्योंकि ये होगी फिर स्केयर नेबरहुड जिहदी आपां गल नहीं की हजे तक, क्योंकि जे डेल्टा 1 डेल्टा 2 अड अड दे लाओगे वो डिस्टेंस अड अड दी लेंथ ब्रैथ अड अड दी हो जानी है ना, ये अड अड दी हो जानी है, लंबी हो जानी है, ये थोड़ी छोटी हो जानी है। पर जो तुसीं डेल्टा ही घटाओगे तो यदी लेंथ 2 डेल्टा रहूगी, यदी भी लेंथ 2 डेल्टा रहूगी, तो एक बॉक्स बनूगा पूरा परफेक्ट स्केयर नेबरहुड। तो स्केयर नेबरहुड भी लै सकते हैं। ये फायदा यह है भी आप फालतू झांझट तो बचते हैं डेल्टा 1 डेल्टा 2 दे तो। सो तुसीं रैक्टेंगुलर नहीं लैनी, तुसीं डेल्टा 1 डेल्टा 2 की सेम ही वैल्यू लैनी है, स्केयर नेबरहुड लैनी है। चलो हो जाओ शुरू। ए भी नहीं हैगा, इत्थे हैगा ए की जगह ते 1 आ देखो लिखा, बी की जगह ते 2 आ। हुण दसो अगे की करिए। एक चीज़ होर करो, इत्थे एक्स वाई है जिहड़ा 1 ते 2 के बराबर नहीं होना चाहिए, ये डन आ, ये अदरवाइज ये लिमिट डिस्कस नहीं होंदी। अच्छा हुण इत्थों शुरू हो जाने आ, ये चीज़ नूं वरतना आपां एफ एक्स वाई माइनस 2, एफ एक्स वाई की है एक्स वाई माइनस 2। हुण किवें वरत गए देखो राजे, जिथे एक्स आ ना उन्होंने चेंज कर दो ये एक्स माइनस 1, जिथे वाई आ उन्होंने चेंज कर दो ये वाई माइनस 2 च, हमेशा ही एक्स नूं एक्स माइनस 1 च, वाई नूं वाई माइनस ये जो भी बी होंगे ना, वैसे वाई माइनस बी तो वाई माइनस 2 चेंज कर दो, पिछे माइनस 2 में ला दो। हुण देखो एक्सट्रा की आ गया, एक्सट्रा की बन गया, इत्थे चाहिदा की सीगा एक्स वाई बन की गया ए। हुण इहदे च एक्सट्रा की है, एक्स वाई तो इलावा की है आप देखिए, एक्स वाई तो इलावा की है, एक्स वाई माइनस 2 एक्स माइनस वाई प्लस 2। देखो एक्स वाई तो इलावा ये सारा जिहड़ा एक्सट्रा ये आ गया, ये आ चुकिया है, तो ये आ चुकिया तो इनू कड्डो भी बाहर। किवें कड्डांगे, ये अपोजिट साइन ला के देखो, इत्थे माइनस 2 एक्स है, इत्थे प्लस 2 एक्स ला दो, इत्थे माइनस वाई है, इत्थे प्लस वाई ला दो, इत्थे प्लस 2 है, इत्थे माइनस 2 ला दो। ठीक है, हुण जमा ठीक हो गया। हुण इनू जो खोलोगे सॉल्व करोगे, इहदा एक्सट्रा पार्ट ये एक्सट्रा पार्ट नाल कैंसल हो जाऊगा, बचूगा इकल्ला एक्स वाई, सो कोई फर्क नहीं पिया। हुण इनू होर सिंपलीफाई करो, एक्स माइनस 1 वाई माइनस 2 तो ये चों कॉमन कड्डो माइनस 2 कॉमन कढ़ लो, ये चों की बचूगा एक्स माइनस 1, ये चों 1 कॉमन कढ़ लो, की बचूगा वाई माइनस 2, ये बच गया ना। हुण इनू खोल के आए लिख सकदा मैं एक्स माइनस 1 वाई माइनस 2 प्लस 2 एक्स माइनस 1
प्लस वाई माइनस टू आई लिख सकदा। अगले स्टैप च जिहड़ी प्रोडक्ट सी हुण देखो ये मॉड आ जिहड़ा सैपरेट हो जूगा ना, तो इत्थे तुसीं ये साइन ना पाओ। हुण ਇਹਦਾ ਧਿਆਨ ਰੱਖਿਆ ਕਰੋ, ਜਦੋਂ ਐਡੀਸ਼ਨ ਟੁੱਟਦੀ ਆ ਰਾਜੇ ਉਦੋਂ ਇਹ ਸਾਈਨ ਆ। ਦੇਖੋ ਇਹਦੇ 'ਚ ਕਿਤੇ ਹੋਰ ਐਡੀਸ਼ਨ ਤੋੜੋਗੇ, ਇੱਥੇ ਐਡੀਸ਼ਨ ਤੋੜੀ ਆ ਮੈਂ, ਇਹ ਦੇਖੋ ਐਡੀਸ਼ਨ ਬਾਹਰ ਕੱਢੀ ਆ। ਐਡੀਸ਼ਨ 'ਤੇ ਬ੍ਰੇਕ ਹੁੰਦਾ ਜਦੋਂ, ਉਦੋਂ ਇਹ ਸਾਈਨ ਪਾਉਣਾ ਹੁੰਦਾ। ਹੁਣ ਦੇਖੋ ਇਹਨੂੰ ਗਾਂ ਐਡੀਸ਼ਨ 'ਤੇ ਬ੍ਰੇਕ ਕਰਨਾ, ਇਹਨੂੰ ਗਾਂ ਐਡੀਸ਼ਨ 'ਤੇ, ਇਹਨੂੰ ਐਡੀਸ਼ਨ 'ਤੇ ਬ੍ਰੇਕ ਕਰਨਾ, ਨਹੀਂ ਮਲਟੀਪਲੀਕੇਸ਼ਨ ਨੂੰ ਬ੍ਰੇਕ ਕਰਨਾ। ਸੋ ਮਲਟੀਪਲੀਕੇਸ਼ਨ ਵੇਰੀ ਨਹੀਂ ਪੈਂਦਾ ਹੁੰਦਾ, ਮਲਟੀਪਲੀਕੇਸ਼ਨ ਵੇਲੇ ਇਕੁਐਲਿਟੀ ਆਊਗੀ। 2 ਨੂੰ ਬਾਹਰ ਕੱਢ ਲਈਏ, ਆਹ 2 ਪਿਆ ਜਿਹੜਾ, ਹੁਣ ਜਦੋਂ ਇੱਕ ਵਾਰੀ ਵੀ ਰਾਜੇ ਇਹ ਸਾਈਨ ਆ ਗਿਆ, ਚਲੋ ਛੱਡੋ, x ਮਾਈਨਸ 1 ਆ, ਇਹ ਕੀ ਤੋਂ ਛੋਟਾ, ਆ ਦੇਖੋ ਡੈਲਟਾ ਤੋਂ ਛੋਟਾ। ਹੁਣ ਡੈਲਟਾ ਤੋਂ ਛੋਟਾ ਨਾ ਇਹ, ਸੋ ਫਿਰ ਇਹ ਸਾਈਨ ਆਊਗਾ, ਬਰਾਬਰ ਨਾ ਪਾ ਦਿਓ। ਹੁਣ ਇਹ ਆ ਗਿਆ ਡੈਲਟਾ, ਇਹ ਕੀ ਤੋਂ ਛੋਟਾ, ਇਹ ਵੀ ਡੈਲਟਾ ਤੋਂ ਛੋਟਾ। 2 ਇਹ ਕਿ ਤੋਂ ਛੋਟਾ ਡੈਲਟਾ ਤੋਂ, ਇਹ ਲਾਸਟ ਵਾਲਾ ਇਹ ਵੀ ਡੈਲਟਾ ਤੋਂ। ਕੁੱਲ ਕਿੰਨਾ ਹੋ ਗਿਆ, ਡੈਲਟਾ ਸਕੇਅਰ ਡੈਲਟਾ ਡੈਲਟਾ। ਇੱਕ ਚੀਜ਼ ਹੋਰ ਦੇਖੋ, ਹੁਣ ਇਹ ਕਿੰਨਾ ਬਣ ਗਿਆ, ਨਾ 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 ਇਕੁਅਲ ਡੈਲਟਾ ਸਕੇਅਰ 3 ਡੈਲਟਾ ਦੇ ਇਕੁਅਲ ਆ ਗਿਆ। ਹੁਣ ਇੱਕ ਚੀਜ਼ ਦੇਖੋ, ਡੈਲਟਾ ਨੰਬਰ ਆ ਜਿਹੜਾ ਰਾਜੇ 1 ਤੋਂ ਛੋਟਾ ਹੁੰਦਾ, ਇਹ ਬਹੁਤ ਛੋਟਾ ਹੁੰਦਾ, 1 ਤਾਂ ਬਹੁਤ ਵੱਡਾ ਨੰਬਰ ਆ। ਜੇ ਇੱਥੇ ਮੈਂ ਦੋਵੇਂ ਪਾਸੇ ਡੈਲਟਾ ਨਾਲ ਪ੍ਰੋਡਕਟ ਕਰਾਂ, ਕੀ ਬਣ ਜੂਗਾ, ਡੈਲਟਾ ਸਕੇਅਰ ਡੈਲਟਾ। ਇਹਦਾ ਮਤਲਬ ਡੈਲਟਾ ਸਕੇਅਰ ਆ ਜਿਹੜਾ, ਇਹ ਵੀ ਡੈਲਟਾ ਤੋਂ ਛੋਟਾ, ਫਿਰ ਇਹ ਵਾਲਾ ਸਾਈਨ ਪਤਾ। ਇਹ ਧਿਆਨ ਰੱਖਿਓ ਬਸ, ਕਿੱਥੇ ਇਕੁਅਲ ਪਾਉਣਾ ਕਿਤੇ ਨਹੀਂ। ਹੁਣ ਇੱਥੇ ਮੈਂ ਇਕੁਅਲ ਹੀ ਪਾਊਂਗਾ ਨਾ, ਜਦੋਂ ਡੈਲਟਾ ਸਕੇਅਰ ਇਹਦੇ ਬਰਾਬਰ ਆ, ਇਹ ਆ ਇਹਦੇ ਬਰਾਬਰ ਆ, ਸੋ ਬਰਾਬਰ ਆ ਤਾਂ ਬਰਾਬਰ ਪਾਓ। ਹੁਣ ਇਹ ਬਰਾਬਰ ਆ ਗਾਂ ਵਾਲਾ ਡੈਲਟਾ ਸਕੇਅਰ ਨਹੀਂ, ਜੇ ਇੱਕ ਵੀ ਚੀਜ਼ ਬਰਾਬਰ ਨਹੀਂ ਹੈ, ਛੋਟੀ ਹੈ, ਤਾਂ ਲੈਸ ਦੈਨ ਵਾਲਾ ਸਾਈਨ ਪੈਣ ਤੋਂ ਇੱਥੇ 3 ਡੈਲਟਾ ਕੀ ਆ ਜਾਊਗਾ, ਐਂਡ 'ਤੇ 4 ਡੈਲਟਾ। ਜਾਣੀ ਕਿ ਦੇਖੋ ਚੱਲੇ ਕਿੱਥੋਂ ਸੀ ਆਪਾਂ, ਐਫ ਐਕਸ ਵਾਈ ਮਾਈਨਸ 2 ਤੋਂ ਚੱਲੇ ਪਹੁੰਚੇ ਕਿਤੇ 4 ਡੈਲਟਾ 'ਤੇ, ਜਾਣੀ ਕਿ ਐਫ ਐਕਸ ਵਾਈ ਮਾਈਨਸ 2 ਛੋਟਾ ਕਿਤੋਂ ਹੋ ਗਿਆ, 4 ਡੈਲਟਾ ਤੋਂ। ਪਰ ਛੋਟਾ ਹੋਣਾ ਕਿਤੋਂ ਚਾਹੀਦਾ ਸੀਗਾ, ਐਪਸਲਨ ਤੋਂ। ਸਮਝ ਲੱਗੀ ਕੀ ਚੀਜ਼ ਆ। ਸੋ ਇਹ ਕਦੋਂ ਹੋਊਗਾ, ਐਪਸਲਨ ਤੋਂ ਛੋਟਾ, ਜਦੋਂ 4 ਡੈਲਟਾ ਕਿਹਦੇ ਬਰਾਬਰ ਹੋਵੇ, ਐਪਸਲਨ ਦੇ। ਡੈਲਟਾ ਕਿਹਦੇ ਬਰਾਬਰ ਹੋਵੇ, ਐਪਸਲਨ ਬਾਈ 4 ਦੇ। ਹੋ ਗਿਆ ਕੁਐਸਚਨ ਖਤਮ। ਇਹਦਾ ਮਤਲਬ ਐਫ ਐਕਸ ਵਾਈ ਮਾਈਨਸ 2 ਇਹ ਐਪਸਲਨ ਤੋਂ ਛੋਟਾ ਤਾਂ ਹੋ ਜਾਊਗਾ, ਕਦੋਂ, ਜਦੋਂ ਡੈਲਟਾ ਕਿਹਦੇ ਬਰਾਬਰ ਹੋਵੇ, ਐਪਸਲਨ ਬਾਈ 4 ਦੇ ਬਰਾਬਰ ਹੋਵੇ। ਸੋ ਇੱਥੇ ਲਿਖ ਦਿਓ ਬਸ ਫਿਰ, ਫॉर गिवन एप्सिलॉन डेफिनेशन पूरी करो, देयर एग्जिस्ट डेल्टा केड़ा आ गया, एप्सिलॉन बाई 4 पॉजिटिव, सच दैट एफ एक्स वाई माइनस 2 लैस दैन की आ, एप्सिलॉन वैन एक्स माइनस 1 लैस दैन की तो होवे डेल्टा, यानी कि एप्सिलॉन बाई 4, वाई माइनस 2 लैस दैन की तो होवे डेल्टा एप्सिलॉन बाई 4। एक शर्त यह भी है कि एक्स वाई है जोड़ा 1/2 के बराबर नहीं होना चाहिए, 1/2 के बराबर नहीं होना चाहिए। एक होर क्वेश्चन हो गया अपना, ठीक है। छोटे छोटे जो क्वेश्चन आ, कुछ नहीं गा इन्हों खास मेहनत है जी राजे थोड़ा मैक्सिमम मिनिमम तो करनी पैनी है, जे करनी आ तो, अदरवाइज फिर ऑप्शन थोड़ा जाऊगा, क्योंकि आप करना जोड़ा ग्रेडियंट वगैरह ये आपे कर लियो पहला जोड़ा पार्ट आ, क्योंकि तुसीं कीता होया है फिजिक्स च कीता होया, एक बारी आपे पढ़ के देखो समझ लग जाना, वैक्टर वगैरह ही होंगे राजे। वो फिजिक्स के फस्ट चैप्टर च कीता होया तुसीं, ठीक है, वो ग्रेडियंट वगैरह सारा कुछ डिस्कस किया होया। उस तो बाद हुण कोई एक्सरसाइज तो क्वेश्चन देखते हैं। एक्सरसाइज का क्वेश्चन जे तुसीं थर्ड क्वेश्चन देखो, थर्ड करिए, थर्ड तो सिंपल जिहा ही लगता वैसे। ये 3 वेरीएबल आ, सफैरीकल है, तो सफैरीकल नेबरहुड डेल्टा, हाँ हो सकता। क्वेश्चन नंबर 3 देखो एक्सरसाइज का, आप एक्सरसाइज के क्वेश्चन हुण तक करिए ना, पहला तो बड़े वाले सीगे तां छड्डते सीगे मैं। एक्स वाई एक्स स्केयर प्लस 2y स्केयर प्लस 2z स्केयर, ठीक है। सीधी जी गल आ, इन्हें पता नहीं कि स्टेटमेंट बनाई आ, पर बेसिक स्टेटमेंट यदी भी यही बनती है कि एक्स वाई जैड जदों ये तीनों 0 0 0 नूं जाते हैं, अप्रोच करते तो ये 0 आता, मेन यही है। आप शो करना, यदी लिमिट चैक करिए, सीधी जी गल। मान लें फॉर लेट फॉर गिवन एप्सिलॉन देयर एग्जिस्ट डेल्टा सच दैट एफ एक्स वाई जेड माइनस 0 लेस दैन एप्सिलॉन वेन एवर
एक चीज़ हुण याद रखियो, हुण तुहानूं इहनूं देख के की लगदा भी सफेरिकल सॉरी वैसे इत्थे हुण जैड भी आ गया ना विच, ते एक चीज़ देखो हुण 3 डिमेंशन च किसी पॉइंट की नेबरहुड दिखाउणी होवे किवें दिखाओगे 3 डिमेंशन च। सोचो थोड़ा जिहा, सर्कल की जगह ते की आ जाऊगा सफीयर, एक गुब्बारा किसी पॉइंट के अगल बगल एक बॉल बगल दोगे, तुसीं कहोगे इस बॉल के अंदर अंदर जे तुसीं हैगे हो तो यदा मतलब तुसीं उस पॉइंट की नेबरहुड चों, इस बॉल तो जे तुसीं बाहर निकल गए दैट मीनस वो नेबरहुड च नहीं हैगे, ठीक है। सफेरिकल आ गया इत्थे। सो इत्थे हाँ अच्छा हुण मैनूं दसो ये सफीयर की इक्वेशन वर्गा कुछ लग रहा वा, वैसे एग्जैक्ट नहीं कह रहा मैं, कुछ कुछ जे इत्थे 2 हुंदा फिर तो गल ही बन गई सी, जां इत्थे 2 ना हुंदा फिर गल बन गई सी, जानी कि अपना ध्यान तो सफेरिकल वल जा रहा ना। सो इत्थे मैं सफेरिकल ही ला ली। फिर वही डिस्टेंस फंक्शन, ये तुहानूं अजीब लगूगा भी जिथे मर्जी मॉड पा देंदे आ पर चक के, पर इस मॉड का हर बार मतलब डिस्टेंस ही हुंदा एक्स वाई जैड का 0 0 तो डिस्टेंस की होवे लैस दैन डेल्टा, पर एक शर्त यह आ कि एक्स वाई जैड 0 0 0 के बराबर नहीं होने चाहिए। हुण एक चीज़ देखो ये डिस्टेंस की बनूगा इत्थे, एक दो चीज़ां हल कर लईए जे आपां नूं लोड़ पैंदी है इन फ्यूचर। एक्स वाई जैड नाउ एक्स वाई जैड आ जिहड़ा इहदा डिस्टेंस 0 0 0 तो कितना डेल्टा तो घट आ, इहदा डिस्टेंस फार्मूला ला दो ये एक्स माइनस 0 का स्केयर, वाई माइनस 0 का स्केयर, जैड माइनस 0 का स्केयर लैस दैन डेल्टा, तो की बनूगा ये फिर एक्स स्केयर वाई स्केयर जैड स्केयर लैस दैन डेल्टा, इनू 1 लिख लो। मैनू नहीं पता यदि लोड़ पऊगी कि नहीं पऊगी, पर जे पई तो आप इनू वरत लांगे, ठीक है। इदां ही करीदा हुंदा, ਜਿਹੜੀਆਂ चीज़ां तुहानूं लगदियां तुहाडे काम आउणगीਆਂ ਉਹਨੂੰ ਸਿੰਪਲੀਫਾਈ कर लिया करो जे लोड़ पैंदी है, नहीं तो फिर ਜਦੋਂ लोड़ पैगी उदों ਸਿੰਪਲੀਫਾਈ कर लांगे, रफ लैंड जी मार के ना रीजन पा के क्योंकि, तो उदों बॉक्स जिहा बना के साइड ते ਉਹਦੇ 'ਚ कर दईदा हुंदा फिर जे ना ਪਹਿਲਾਂ चेता भुल जाए। अच्छा हुण ਇਹਦਾ करो किसी इस पासों लगते हैं एफ एक्स वाई जैड माइनस 0, इत्थे लैस दैन एप्सिलॉन हुणे ही ना पा दिओ किते, फिर हल की करोगे, ठीक है। ये चीज़ ध्यान रखियो, अगे भी आप करते होंगे लिमिट कंटीन्यूटी च फस्ट ईयर च भी ये बॉक्स तो शुरू होने होने, ये नहीं पा दईदा हुंदा शुरू च ही, फिर तो काम ही खत्म हो गया शुरू च ही। इनू थोड़ा जिहा सोध लीए, थोड़ा जिहा बना लीए, फिर पा देंगे, ये भी पा देंगे, कोई चक्कर नहीं। एफ एक्स वाई की आ पिया, हुण जो इत्थे सीधा एप्सिलॉन पा दईए कख नहीं बन ले पैना, अपने कुछ नहीं बनना। की बन गया पहला तो ये देखो सारा पॉजिटिव नंबर अंदर स्केयर 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 स्केयर, सो इत्थे मैं मोड हटाता। हुण देखो हुण की मैं इत्थे लैस दैन एप्सिलॉन पा दा, जे पा दूंगा तो फिर गांह की करूँगा, पर मैनू एक चीज़ पता जे एक्स स्केयर आ इत्थे 2x स्केयर आ, जिहड़ा 2 वाला ये वड्डा होऊगा, सो मैं इत्थे ये साइन पा के 2x स्केयर पा लिया। की ये बराबर भी हो सकते हैं? कदों बराबर होणगे ये एक्स स्केयर तो 2x स्केयर, जो एक्स 0 होऊगा तो एक्स 0 हो सकता, हो सकता। हुण तुसीं कहोगे सर तुसीं तां लिखिआ ते 0 0, मेरी गल सुणो, एक्स की वैल्यू जो 0 होवे, वाई की वैल्यू भी 0 होवे ते जैड की वैल्यू 1 होवे, फिर एक्स वाई जैड आ जिहड़ा 0 0 0 तो डिफरेंट नहीं हो गया, सो एक्स 0 भी हो सकता, सो इसदा मतलब आपां ये भी पावांगे। बहुत ध्यान रखियो इक्वैलिटी इनइक्वैलिटी का, तो लास्ट आ गया 2z स्केयर। हुण एक चीज़ देखो ये किहदे बराबर हो गया 2x स्केयर वाई स्केयर जैड स्केयर दे, हुण इत्थे मैं बराबर पाया क्यों, क्योंकि मैं ये देखिया ना ये किहदे बराबर है, ये बराबर। हुण अगे देखो ये जिहड़ी चीज़ आ ये छोटी नहीं डेल्टा तो, सो इसदा मतलब 2 तो उवें ही आ, पिछे डेल्टा ते साइन हुण ये पऊगा, पर आपां की तो छोटा शो करना चाहते थे, आपां तां देखो अपने को आ गया एफ एक्स वाई जैड माइनस 0 लैस दैन 2 डेल्टा आ गया, पर मैं तो चाहता सीगा लैस दैन किहदे होवे एप्सिलॉन तो यही मैं एप्सिलॉन मान लिया वैन 2 डेल्टा इज इक्वल टू एप्सिलॉन। तो अपने को आ गया एफ एक्स वाई जैड माइनस 0 लैस दैन एप्सिलॉन हो गया वैन 2 डेल्टा की हो जाए एप्सिलॉन तो डेल्टा की हो जाए एप्सिलॉन बाय 2, हो गया क्वेश्चन बस।
ਲੈਟ, ਇਹ ਧਿਆਨ ਰੱਖਿਓ ਵੀ ਨੇਬਰਹੁੱਡ ਕਿਹੜੀ ਚੁਣਨੀ ਆ, ਇਹ ਪੰਗਾ ਹੈ ਇੱਥੇ। ਡੈਲਟਾ ਕੀ ਆ ਗਿਆ, ਐਪਸਲਨ ਬਾਈ 2 ਪੋਜ਼ਿਟਿਵ ਸੱਚ ਦੈਟ ਐਫ ਐਕਸ ਵਾਈ ਜ਼ੈਡ ਮਾਈਨਸ 0 ਲੈਸ ਦੈਨ ਐਪਸਲਨ ਵੈਨ ਨੇਬਰਹੁੱਡ ਡੈਫੀਨੇਸ਼ਨ ਨੂੰ ਕੰਪਲੀਟ ਕਰ ਦਿਓ। ਕੰਪਲੀਟ ਕਰਨ ਦਾ ਮਤਲਬ ਕੀ ਹੈ, ਡੈਲਟਾ ਦੀ ਵੈਲਿਊ ਭਰ ਦਿਓ। ਭਰਨੀ ਹੁੰਦੀ ਹੈ ਇਹ ਲਾਜ਼ਮੀ, ਬੱਚੇ ਭਰਦੇ ਹੀ ਨਹੀਂ, ਐਂਡ ਤੇ ਲੱਭ ਗਿਆ ਡੈਲਟਾ ਲੱਭ ਗਿਆ, ਚਲੋ ਚਾਚ ਹੀ ਭੱਜ ਜਾਂਦੇ ਆ ਛੱਡ ਕੇ ਇਸ ਪਾਸੇ। ਉਹ ਇਹ ਨਾ ਕਰਿਓ ਰਾਜੇ, ਉਹ ਗ੍ਰੇਡੀਅੰਟ ਵਾਲਾ ਚੈਪਟਰ ਆਪ ਕਰਿਓ। ਮੈਂ ਆਪ ਤਾਂ ਨਹੀਂ ਫਿਜ਼ਿਕਸ ਪੜ੍ਹੀ, ਪਰ ਮੈਂ ਪਰਮਿੰਦਰ ਸਰ ਨਾਲ ਗੱਲ ਕੀਤੀ ਸੀ, ਚੈਪਟਰ ਵੀ ਸਾਰਾ ਦਿਖਾਇਆ ਸਰ ਨੂੰ। ਸਰ ਕਹਿੰਦੇ ਇਲੈਕਟ੍ਰੀਸਿਟੀ ਨਾਲ ਰਿਲੇਟਡ ਕੋਈ ਟੋਪਿਕ ਆ ਫਿਜ਼ਿਕਸ 'ਚ, ਉਹਦੇ 'ਚ ਇਹ ਪੜ੍ਹਦੇ ਆ, ਠੀਕ ਆ। ਅਤੇ ਉਹ ਇਕੱਲਾ ਕੁਐਸਚਨ ਮੈਂ ਦਿਖਾਇਆ ਸਰ ਨੂੰ, ਅਤੇ ਸਰ ਕਹਿੰਦੇ ਸੇਮ ਆ, ਠੀਕ ਆ। ਅਤੇ ਉਹ ਚੀਜ਼ ਤੁਸੀਂ ਆਪ ਕਰ ਲਿਓ। ਅੱਛਾ, ਹੁਣ ਹੋਰ ਦੇਖੀਏ, ਹੋਰ ਕੋਈ ਕੁਐਸਚਨ ਦੇਖੋ, ਕੋਈ ਔਖਾ ਜਿਹਾ ਕੁਐਸਚਨ। ਛੇਵਾਂ ਕੁਐਸਚਨ ਦੇਖੀਏ, ਲਿਮਿਟ ਐਕਸ ਵਾਈ 1 to x² + 5y। ਬਸ ਮੈਨੂੰ ਇੰਨਾ ਕੁ ਦੱਸ ਦਿਓ ਵੀ ਇਹਦੇ 'ਚ ਜਿਹੜਾ ਹੈਗਾ ਨੇਬਰਹੁੱਡ ਕਿਹੜੀ ਲੱਗੂਗੀ। ਕੀ ਇਹਦੇ 'ਚ ਕੁਛ ਸਫੈਰੀਕਲ ਲੱਗ ਰਿਹਾ? ਜੇ ਤਾਂ ਸਾਰਿਆਂ 'ਤੇ ਸਕੇਅਰ ਹੁੰਦੇ ਫਿਰ ਆਪਾਂ ਸੋਚਦੇ ਨਾ ਸਫੈਰੀਕਲ ਬਾਰੇ। ਮੈਨੂੰ ਤਾਂ ਨਹੀਂ ਲੱਗਦਾ ਇਹ 'ਤੇ ਕੋਈ ਕੰਮ ਦਾ ਹੈਗਾ ਆਪਣੇ ਸਫੈਰੀਕਲ ਵਾਲੀ ਚੀਜ਼। ਸੋ ਇੱਥੇ ਆਪਾਂ ਸਫੈਰੀਕਲ ਨਹੀਂ ਲਵਾਂਗੇ, ਇੱਥੇ ਰੈਕਟੈਂਗੂਲਰ ਲਵਾਂਗੇ, ਠੀਕ ਆ। ਸਫੈਰੀਕਲ ਨਹੀਂ ਲਵਾਂਗੇ। ਮੈਂ ਬਣਾ ਕੇ ਦਿਖਾਵਾਂ, ਹਿੰਟ ਦੇ ਦਾਂ, ਹਿੰਟ। ਕੁਐਸਚਨ 3 ਕਰਵਾਤੇ, 2 ਐਗਜ਼ਾਮਪਲਾਂ ਇੱਕ ਬੁੱਕ 'ਚੋਂ ਵੀ ਹੋ ਗਿਆ, ਇੱਕ ਹੋਰ 7ਵਾਂ ਕੁਐਸਚਨ ਕਰਵਾਊਂਗਾ ਇਸ ਤੋਂ ਬਾਅਦ 7ਵਾਂ। ਚਲੋ ਯਾਰ ਕਰਵਾ ਦਿਓ। ਫॉर ਲੈਟ, ਛੇਤੀ ਕਰੀਏ ਹੁਣ, ਲੈਟ ਐਪਸਲਨ ਪੋਜ਼ਿਟਿਵ ਬੀ ਗਿਵਨ ਦੇਰ ਐਗਜ਼ਿਸਟ, ਇਹ ਮੰਨ ਲਿਆ ਕਰਨਾ ਡੈਲਟਾ ਪੋਜ਼ਿਟਿਵ ਸਚ ਦੈਟ ਐਫ ਐਕਸ ਵਾਈ ਮਾਈਨਸ 11 ਲੈਸ ਦੈਨ ਐਪਸਲਨ ਵੈਨ ਐਵਰ ਰੈਕਟੈਂਗੂਲਰ ਨੇਬਰਹੁੱਡ ਮੰਨੂਗਾ ਮੈਂ। x1 ਮਾਈਨਸ ਡੈਲਟਾ ਅਤੇ y ਮਾਈਨਸ 2 ਬੀ, ਇੱਥੇ ਵੀ ਡੈਲਟਾ 1 ਅਤੇ 2 ਪੁਆਇੰਟ ਰੱਖ ਲਏ। ਐਕਸ ਵਾਈ ਇੱਥੇ ਨਾਲ ਹੀ ਪਾ ਦੇਣਾ ਤੁਸੀਂ ਬਸ। ਜਿੰਨਾ ਟਾਈਮ ਕੰਟੀਨਿਊਟੀ ਨਹੀਂ ਆਉਂਦੀ ਉਹਨਾਂ ਟਾਈਮ ਆਪਾਂ ਹੀ ਪਾਈ ਜਾਣਾ, ਕੰਟੀਨਿਊਟੀ 'ਤੇ ਹਟਣਾ ਜਾ ਕੇ। ਹੁਣ ਇੱਕ ਚੀਜ਼ ਦੇਖੋ, ਸਿੱਧਾ ਇੱਥੋਂ ਸ਼ੁਰੂ ਹੋ ਜਾਂਦੇ ਆ। ਐਫ ਐਕਸ ਵਾਈ ਮਾਈਨਸ 11 ਕੀ ਸੀਗਾ ਇਹ ਦੇਖੋ, ਆਇਆ ਹੋਇਆ x² + 5y² ਮਾਈਨਸ 5y 11। ਮੈਂ ਜਿਹੜਾ ਤਰੀਕਾ ਸਿਖਾਇਆ ਸੀ ਤੁਹਾਨੂੰ, ਐਕਸ ਦੀ ਜਗ੍ਹਾ 'ਤੇ ਇਹ ਕਰ ਦਿਓ, ਵਾਈ ਦੀ ਜਗ੍ਹਾ 'ਤੇ ਇਹ ਕਰ ਦਿਓ। ਜੋ ਫਾਲਤੂ ਬਣ ਗਿਆ ਉਹਨੂੰ ਕੱਟੋ। ਫਾਲਤੂ ਕੀ ਬਣ ਗਿਆ ਦੇਖੀਏ, x² ਸੀ, ਉਹਦੀ ਜਗ੍ਹਾ 'ਤੇ ਕੀ ਆ ਗਿਆ, x² + 1 - 2x ਆ ਗਿਆ। x² ਤਾਂ ਹੈਗਾ ਸੀ, ਇਹ ਐਕਸਟਰਾ ਆ ਗਿਆ, ਇਹਦਾ ਸਾਈਨ ਚੇਂਜ ਕਰ ਦਿਓ। ਇਹ x² ਤਾਂ ਸੀਗਾ ਹੀ, ਇਹ ਐਕਸਟਰਾ ਆ ਗਿਆ, ਸਾਈਨ ਚੇਂਜ ਕਰੋ। 2x - 1 ਆਪੋਜ਼ਿਟ ਸਾਈਨ ਦੀਆਂ ਚੀਜ਼ਾਂ ਇੱਥੇ ਰੱਖਦੀਆਂ। ਸੋ ਇਹਦਾ ਹਿਸਾਬ ਕਿਤਾਬ ਹੋ ਗਿਆ। ਇਹਦੇ 'ਚ 5y ਤਾਂ ਸੀਗਾ ਹੀ, ਅਤੇ ਐਕਸਟਰਾ ਕੀ ਆਇਆ -10, ਸੋ ਇੱਥੇ +10। ਠੀਕ ਆ। ਹੁਣ ਇਹਨੂੰ ਹੋਰ ਸਿੰਪਲੀਫਾਈ ਕਰੋ। ਹੋ ਗਿਆ ਕੁਐਸਚਨ ਤਾਂ ਹੋ ਗਿਆ। 33 ਮਿੰਟ ਦਾ ਲੈਕਚਰ ਹੋਇਆ। ਇੱਕ ਕੁਐਸਚਨ ਹੋਰ ਕਰਨਾ ਆਪਾਂ, x - 1 ਦਾ ਸਕੇਅਰ। ਰਾਜੇ ਐਨਵੈਲਪ ਵਾਲਾ ਜਿਹੜਾ ਉਹ ਟੋਪਿਕ ਵੀ ਮੈਂ ਛੱਡਣ ਲੱਗਾ, ਕਿਉਂਕਿ ਮੈਂ ਹਮੇਸ਼ਾ ਹੀ ਛੱਡਦਾ ਉਹ ਐਨਵੈਲਪ ਵਾਲਾ ਅਤੇ ਪਹਿਲਾ ਜਿਹੜਾ ਗ੍ਰੇਡੀਐਂਟ ਵਾਲਾ। ਇਹ ਤੁਸੀਂ ਆਪ ਕਰ ਲਿਓ, ਠੀਕ ਆ। ਮੈਂ ਇਹ ਤਾਂ ਨਹੀਂ ਕਰਾਉਂਦਾ, ਮੇਰਾ ਮੇਨ ਰੀਜ਼ਨ ਇਹ ਨਹੀਂ ਹੈ ਵੀ ਸਿਰਫ ਟਾਈਮ ਵੀ ਨਹੀਂ ਹੁੰਦਾ। ਤੁਸੀਂ ਜ਼ਿਆਦਾ ਆਪਸ਼ਨ ਜਦੋਂ ਮਿਲ ਜਾਂਦੇ ਆ ਰਾਜੇ, ਉਦੋਂ ਕਨਫਿਊਜ਼ ਹੀ ਹੁੰਦੇ ਹੋ। ਇਦੋਂ ਬੈਟਰ ਆ ਚੀਜ਼ ਛੱਡੀ ਚੰਗੀ। ਬੱਚੇ 30 ਨੰਬਰ ਲੈਂਦੇ ਰਹੇ ਆ ਇਸੇ ਟੋਪਿਕ 'ਚ ਸਿਰਫ ਇੰਨਾ ਕੁ ਪੜ੍ਹ ਕੇ, ਠੀਕ ਆ। ਉਹ ਤਾਂ ਨਹੀਂ ਮੈਂ ਕਰਵਾ ਰਿਹਾ। ਬਾਕੀ ਦੇਖਦੇ ਹਾਂ, ਜੇ ਤੁਹਾਡਾ ਉੱਧਰੋਂ ਸਰ ਨਾਲ ਗੱਲ ਕਰ ਲੂੰਗਾ ਮੈਂ, ਜਿਵੇਂ ਤੁਹਾਡਾ ਉੱਧਰ ਕਿੰਨਾ ਕੁ ਹੋਇਆ ਕਿੰਨਾ ਕੁ ਛੜਾਇਆ। ਜੇ ਉੱਧਰ ਤੁਹਾਡੇ ਕੋਲ ਜ਼ਿਆਦਾ ਸਟੱਫ ਨਹੀਂ ਹੈਗਾ ਫਿਰ ਆਪਾਂ ਇਹ ਕਰ ਲਾਂਗੇ। ਜੇ ਉੱਧਰ ਹੀ ਬਹੁਤ ਹੋਇਆ ਪਿਆ, ਸਰ ਨਾਲ ਇੱਕ ਵਾਰੀ ਡਿਸਕਸ ਕਰਕੇ ਫਿਰ ਦੇਖਦੇ ਹਾਂ, ਫਿਰ ਮੈਂ ਕਰਵਾ ਦੂੰਗਾ ਜੇ ਕਰਵਾਉਣਾ ਹੋਇਆ ਤਾਂ। ਕੀ ਆਊਗਾ ਇੱਥੇ ਦੇਖੋ, ਕੀ ਆ 2x ਤਾਂ ਆਊਗਾ ਹੀ। ਆਹ ਕੀ ਬਣ ਗਿਆ 11 ਅਤੇ -2 ਹੈ ਨਾ। ਚਲੋ ਜੀ, ਹੁਣ ਇਹਨੂੰ ਸਿੰਪਲੀਫਾਈ ਕਰੋ। x - 1 ਦਾ ਸਕੇਅਰ, y - 2, ਇਹਦੇ 'ਚ ਕਾਮਨ ਕਰੋ 2x - 1। ਇੱਕ ਚੀਜ਼ ਤੁਸੀਂ ਨੋਟ ਕੀਤੀ ਰਾਜੇ, ਮੈਂ ਇਹ ਜਿਹੜਾ ਬਚਿਆ ਹੋਇਆ ਸਟਾਫ ਆ ਨਾ, ਉਹਦੇ 'ਚ ਵੀ x - 1 ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ। ਜਿਹੜਾ ਬਚਿਆ ਹੋਇਆ ਸਟਾਫ ਆ ਨਾ, ਉਹਦੇ 'ਚ ਵੀ x - 1 ਨਹੀਂ ਬਣਾਉਣਾ। ਜੇ ਇੱਥੇ ਕਿਤੇ y ਪਿਆ ਹੁੰਦਾ ਨਾ, ਮੈਂ y - 2 ਬਣਾਉਣਾ ਸੀ।
ठीक है ना। जे हुण तुसीं कहोगे जे सर कल्ला y हुंदा फिर मैं 2 ऐड कर लेना सी, 2 जोड़ देना सीगा, क्योंकि कल्ले 2 नाल की होना सी, वध तो वध कल्ला 2 रह जाना सी, इत्थे कुछ डेल्टा स्केयर डेल्टा इहो जिहा 2 रह जाना, रह जे ਉਹਦਾ ਕੀ ਆ ਵੇਰੀਏਬਲ ਤੋਂ ਪ੍ਰੋਬਲਮ ਆ ਆਪਾਂ ਨੂੰ। ਹੁਣ ਜਦੋਂ ਇਹ ਐਡੀਸ਼ਨ ਬ੍ਰੇਕ ਕਰਨੀ ਹੈ ਇਹ ਪਾਈ ਦੀ ਹੁੰਦੀ ਹੈ, ਸਿੱਧਾ ਹੀ ਲਾਦਾ ਐ 5 ਬਾਹਰ ਕੱਢ ਕੇ, ਪਤਾ ਹੀ ਆ ਤੁਹਾਨੂੰ ਇਹ ਚੀਜ਼ ਦਾ। ਅੱਗੇ ਇਹ ਨੰਬਰ ਕੀ ਤੋਂ ਛੋਟਾ ਆਪਾਂ ਲਿਖਿਆ ਆ ਦੇਖੋ ਆ ਪਿਆ ਡੈਲਟਾ ਸਕੇਅਰ ਤੋਂ, ਇਹ ਕੀ ਤੋਂ ਛੋਟਾ ਡੈਲਟਾ ਤੋਂ, ਇਹ ਕੀ ਤੋਂ ਛੋਟਾ ਡੈਲਟਾ ਤੋਂ, ਠੀਕ ਹੈ। ਇਹ ਆ ਗਿਆ। ਹੁਣ ਜੇ ਮੰਨ ਲਓ ਇੱਥੇ ਕਿਤੇ 2 ਵੀ ਹੁੰਦਾ ਰਾਜੇ ਤੇ ਇੱਥੇ +2 ਆ ਜਾਣਾ ਸੀ ਨਾ, ਉਹੀ +2 ਇੱਥੇ ਆ ਜਾਣਾ ਸੀ, ਆਈ ਜਾਵੇ। ਸਮਝ ਲੱਗਦੀ ਹੈ ਨਾ। ਕੌਂਸਟੈਂਟ ਤਾਂ ਨਹੀਂ ਦੇਖਣਾ ਆਪਾਂ। ਹੁਣ ਇੱਕ ਚੀਜ਼ ਇਹ ਤੁਹਾਨੂੰ ਮੈਂ ਫੇਰ ਅੱਗੇ ਵੀ ਕਹਿ ਚੁੱਕਿਆ ਕਿ ਡੈਲਟਾ ਜਿਹੜਾ 1 ਤੋਂ ਛੋਟਾ ਹੁੰਦਾ, ਇਹਦਾ ਮਤਲਬ ਡੈਲਟਾ ਸਕੇਅਰ ਦੋਵੇਂ ਪਾਸੇ ਪ੍ਰੋਡਕਟ ਕਰ ਦਿਓ, ਡੈਲਟਾ ਤੋਂ ਛੋਟਾ ਆ ਗਿਆ, ਇਹਦਾ ਮਤਲਬ ਇੱਥੇ ਡੈਲਟਾ ਸਾਈਨ ਇਹ, ਇੱਥੇ 5 ਡੈਲਟਾ, ਲਓ ਜੀ ਪੈਨ ਵੀ ਗਿਆ 2 ਡੈਲਟਾ, 5 2 7 ਤੇ 1 8 ਡੈਲਟਾ। ਸੋ ਅਲਟੀਮੇਟਲੀ ਆਪਣੇ ਕੋਲੇ fxy ਆ ਜਿਹੜਾ, ਅੱਛਾ fxy ਇਹ ਆ ਗਿਆ ਨਾ -11 ਸੀਗਾ, ਹਾਂ, ਤੇ ਲੈਸ ਦੈਨ ਕੀ ਆ ਗਿਆ 8 ਡੈਲਟਾ, ਪਰ ਆਪਾਂ ਚਾਹੁੰਦੇ ਸੀ ਐਪਸਲਨ ਤੋਂ ਛੋਟਾ ਹੋਵੇ, ਸੋ ਆਪਾਂ 8 ਡੈਲਟਾ ਨੂੰ ਹੀ ਐਪਸਲਨ ਮੰਨ ਲਿਆ। ਸੋ ਐਪਸਲਨ ਡੈਲਟਾ ਕੀ ਆ ਗਿਆ ε/8। ਸੋ ਇਹਦਾ ਮਤਲਬ ਕੀ ਹੈ ਫॉर ਗਿਵਨ ਐਪਸਲਨ ਪੋਜ਼ਿਟਿਵ ਦੇयर एग्जिस्ट ਡੈਲਟਾ ਪੋਜ਼ਿਟਿਵ ਸੱਚ ਦੈਟ fxy -11 ਲੈਸ ਦੈਨ ਐਪਸਲਨ ਹੋਊਗਾ ਵੈਨ x -1 ਲੈਸ ਦੈਨ ਡੈਲਟਾ ਯਾਨੀ ਕਿ ε/8, y -2 ਲੈਸ ਦੈਨ ਡੈਲਟਾ ਮਤਲਬ ε/8 ਹੋਵੇ, xy not equal to 1 2। ਇਹ ਤਾਂ ਲਿਖਣਾ ਹੀ ਆ, ਠੀਕ ਹੈ, ਕਿਉਂਕਿ ਲਿਮਿਟ ਦੀ ਗੱਲ ਕਰਦੇ ਹਾਂ। ਲਿਮਿਟ 'ਚ ਇੱਕ ਕੰਡੀਸ਼ਨ ਹੁੰਦੀ ਆ ਵੀ ਇਹਦੇ ਬਰਾਬਰ ਨਹੀਂ ਹੋ ਸਕਦਾ ਇਹ ਪੁਆਇੰਟ, ਅਪਰੋਚ ਕਰਨਾ ਨਾ। ਚਲੋ ਇਹ ਕੁਐਸਚਨ ਵੀ ਹੋ ਗਿਆ। ਉਸ ਤੋਂ ਬਾਅਦ ਹੋਰ ਦੇਖਦੇ ਹਾਂ, ਇੱਕ ਮੇਰੀ ਨਿਗਾਹ 'ਚ ਆ ਰਿਹਾ ਕੁਐਸਚਨ ਇਹ ਇਰੈਸ਼ਨਲ ਰੈਸ਼ਨਲ ਵਾਲਾ, ਇਹ ਮੈਂ ਕਰਵਾ ਦਿੰਦਾ ਹੁਣੇ, ਪਰ ਇਹਦੇ 'ਚ ਨਾ ਥੋੜ੍ਹਾ ਜਿਹਾ ਬਰੀਕੀ ਨਾਲ ਕੰਮ ਆ। 7th ਕੁਐਸਚਨ ਆ ਇਹ। ਚਲੋ ਐਂ ਕਰਦੇ ਹਾਂ, ਇਹ ਕੁਐਸਚਨ ਕੱਲ੍ਹ ਨੂੰ ਸਹੀ ਹੁਣ, ਕਿਉਂਕਿ ਪੂਰਾ ਨਹੀਂ ਆਉਣਾ, ਇਹ 10-15 ਮਿੰਟ ਲੈ ਜਾਣੇ ਇਹਨੇ। ਅੱਜ ਕਿਹੜਾ ਜਲਦੀ ਆਪਾਂ ਨੂੰ, ਬਾਕੀ ਐਗਜ਼ਾਮਪਲਾਂ ਕਰ ਲਓ ਸਾਰੀਆਂ, ਠੀਕ ਹੈ। ਇਹ ਕੱਲ੍ਹ ਨੂੰ ਦੇਖਦੇ ਹਾਂ, ਠੀਕ ਹੈ, ਓਕੇ।